ਤੇ ਮੈਂ ਬੈਠਾ ਹੈ ਉਹ ਕੋਈ ਪਿੰਡ ਦੀ ਤਸਵੀਰ ਨਹੀਂ ਹੈ, ਇਹ ਗਾਜ਼ੀਪੁਰ ਬਾਰਡਰ ਦੀ ਤਸਵੀਰ ਹੈ ਤੇ ਮੰਜਾ ਲਿਆ ਕੇ ਕਿਸਾਨਾਂ ਨੇ ਇਹ ਦਰਸਾ ਦਿੱਤਾ ਹੈ। ਇੱਕ ਮਜ਼ਦੂਰ ਦੇ ਕੋਲੋਂ ਕਿਸਾਨ ਜ਼ਬਰਦਸਤੀ ਮਜ਼ਦੂਰੀ ਨਹੀਂ ਕਰਾ ਸਕਦਾ ਤੇ ਕਿਸਾਨ ਜਿਹੜੇ ਆ ਗਵਰਨਮੈਂਟ ਦੀ ਮਜ਼ਦੂਰੀ ਕਿਉਂ ਕਰਨ। ਖਾਲਿਸਤਾਨ ਵਾਲੀ ਕੋਈ ਕਿਤੇ ਗੱਲ ਨਹੀਂ ਹੈਗੀ, ਕੋਈ ਕਿਸੇ ਪ੍ਰਕਾਰ ਦਾ ਇੱਥੇ ਕੋਈ ਪ੍ਰਦਰਸ਼ਨ ਨਹੀਂਗਾ, ਕੋਈ ਨਾਰਾ ਨਹੀਂਗਾ, ਕੁਛ ਨਹੀਂਗਾ, ਸਿਰਫ ਆਪਣੇ ਕਿਸਾਨੀ ਹੱਕਾਂ ਵਾਸਤੇ ਸਾਰੇ ਲੜਨ ਰਹੇ ਆ। ਕੁਛ ਹਰ ਵਰਗ ਦੇ ਵਿੱਚ ਤਰ੍ਹਾਂ ਦੇ ਬੰਦੇ ਹੁੰਦੇ ਆ, ਉਹ ਕਿਸਾਨ ਕੁਛ ਇਦਾਂ ਦੇ ਸੀਗੇ ਕਿ ਉਹਨਾਂ ਨੂੰ ਇਸ ਬਾਰੇ ਪਤਾ ਹੀ ਨਹੀਂਗਾ, ਜਿੱਦਾਂ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਕਾਨੂੰਨ ਕੀ ਆ। ਸਰਕਾਰ ਕਹਿ ਰਹੀ ਹੈ ਕਿ ਕਿਸਾਨ ਗੁੰਮਰਾਹ ਹੋ ਗਏ ਨੇ, ਕਿਸਾਨਾਂ ਨੂੰ ਪਤਾ ਨਹੀਂ ਲੱਗਦਾ, ਉਹਨਾਂ ਨੂੰ ਸਮਝ ਨਹੀਂ ਆ ਰਹੀ। ਇਹ ਗਲਤ ਹੈ, ਕਿਸਾਨ ਗੁੰਮਰਾਹ ਨਹੀਂ ਹੋਏ, ਕਿਸਾਨ ਜਾਗਰੂਕ ਆ, ਅੱਜ ਦਾ ਕਿਸਾਨ ਪੜ੍ਹਿਆ ਲਿਖਿਆ ਆ। ਤੁਸੀਂ ਚੱਕ ਦੇ ਟੀਵੀ ਦੇਖ ਰਹੇ ਹੋ ਤੇ ਮੈਂ ਹਾਂ ਗੁਰਵਿੰਦਰ। ਕਿਸਾਨੀ ਸੰਘਰਸ਼ ਲਗਾਤਾਰ ਜਾਰੀ ਹੈ। ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ਦੇ ਉੱਤੇ ਕਿਸਾਨ ਜਿਹੜੇ ਉਹ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਤੇ ਕੇਂਦਰ ਸਰਕਾਰ ਦੇ ਉਹਨਾਂ ਕਾਨੂੰਨਾਂ ਖਿਲਾਫ ਡਟੇ ਹੋਏ ਨੇ, ਜਿਸ ਦੀ ਮੰਗ ਹੈ ਕਿ ਇਹ ਵਾਪਸ ਕੀਤੇ ਜਾਣ। ਪਰ ਸਰਕਾਰ ਅੜੀ ਹੋਈ ਹੈ ਕਿ ਇਹ ਕਾਨੂੰਨ ਵਾਪਸ ਨਹੀਂ ਕੀਤੇ ਜਾਣਗੇ, ਸੰਸ਼ੋਧਨ ਕੀਤਾ ਜਾਵੇਗਾ। ਜਿਸ ਤੇ ਮੈਂ ਬੈਠਾ ਹੈ ਉਹ ਕੋਈ ਪਿੰਡ ਦੀ ਤਸਵੀਰ ਨਹੀਂ ਹੈ, ਇਹ ਗਾਜ਼ੀਪੁਰ ਬਾਰਡਰ ਦੀ ਤਸਵੀਰ ਹੈ ਤੇ ਮੰਜਾ ਲਿਆ ਕੇ ਕਿਸਾਨਾਂ ਨੇ ਇਹ ਦਰਸਾ ਦਿੱਤਾ ਹੈ, ਸ਼ੋਅ ਕਰ ਦਿੱਤਾ ਹੈ, ਦਿਖਾ ਦਿੱਤਾ ਹੈ ਕਿ ਹੁਣ ਅਸੀਂ ਇੱਥੇ ਪੱਕੇ ਡੇਰੇ ਲਗਾਉਣ ਵਾਲੇ ਹਾਂ। ਕੇਂਦਰ ਸਰਕਾਰ ਮੰਨ ਨਹੀਂ ਰਹੀ, ਤੁਸੀਂ ਮੰਜਾ ਬਿਸਤਰਾ ਸਾਰਾ ਕੁਝ ਲੈ ਆਏ ਹੋ। ਕਿੰਨਾ ਟਾਈਮ ਬੈਠਣ ਦਾ ਇਰਾਦਾ ਹੈ ਕਿ ਸਰਕਾਰ ਝੁਕੇਗੀ, ਤੁਹਾਨੂੰ ਕੀ ਲੱਗਦਾ? ਸਰ, ਇੱਥੇ ਜਿੰਨਾ ਚਿਰ ਤੱਕ ਸਰਕਾਰ ਨਹੀਂ ਝੁਕੂਗੀ ਅਸੀਂ ਇੱਥੇ ਰਵਾਂਗੇ ਔਰ ਸਰਕਾਰ ਨੂੰ ਮੰਨਣਾ ਪਊਗਾ। ਵੇਖੋ, ਕਿਸਾਨ ਹੈ ਤੇ ਸਭ ਕੁਝ ਹੈ, ਕਿਸਾਨ ਤੋਂ ਬਿਨਾਂ ਦੇਸ਼ ਦੇ ਵਿੱਚ ਕੁਝ ਨਹੀਂ ਹੈਗਾ। ਔਰ ਇਹ ਇੱਕ ਮਾਤਰ ਹਿੰਦੁਸਤਾਨ ਸਾਡਾ ਇੱਕ ਦੇਸ਼ ਇਹੋ ਜਿਹਾ ਕਿ ਜਿਹਦੇ ਵਿੱਚ ਆਜ਼ਾਦੀ ਤੋਂ ਬਾਅਦ ਹਰ ਇੱਕ ਨੂੰ ਆਪਣੀ ਮੰਗ ਰੱਖਣ ਦਾ ਹੱਕ ਆ। ਆਪਾਂ ਕਿਸੇ ਦੇ ਉੱਤੇ ਜ਼ਬਰਦਸਤੀ ਕਾਨੂੰਨ ਨਹੀਂ ਥੋਪ ਸਕਦੇ। ਅਗਰ ਕਿਸਾਨ ਦੇ ਕੋਲ ਮਜ਼ਦੂਰੀ ਕਰਨ ਆਉਂਦਾ ਹੈ ਤੇ ਆਪਣੀ ਰਜਾਮੰਦੀ ਨਾਲ ਆਉਂਦਾ, ਕਿਸਾਨ ਜ਼ਬਰਦਸਤੀ ਕਿਸੇ ਕੋਲ ਮਜ਼ਦੂਰੀ ਨਹੀਂ ਕਰਾ ਸਕਦਾ। ਅੱਜ ਇਹ ਸਰਕਾਰ ਇਹ ਚਾਹੁਣ ਡਈ ਆ ਕਿ ਦੇਸ਼ ਦਾ ਕਿਸਾਨ ਜਿਹੜਾ ਜ਼ਬਰਦਸਤੀ ਸਾਡਾ ਕਾਨੂੰਨ ਮੰਨੇ। ਇੱਕ ਮਜ਼ਦੂਰ ਦੇ ਕੋਲੋਂ ਕਿਸਾਨ ਜ਼ਬਰਦਸਤੀ ਮਜ਼ਦੂਰੀ ਨਹੀਂ ਕਰਾ ਸਕਦਾ ਤੇ ਕਿਸਾਨ ਜਿਹੜੇ ਆ ਗਵਰਨਮੈਂਟ ਦੀ ਮਜ਼ਦੂਰੀ ਕਿਉਂ ਕਰਨ, ਕਿਉਂ ਉਹਨਾਂ ਦੀਆਂ ਮੰਗਾਂ ਨੂੰ ਮੰਨਣ ਜਿਹੜੀਆਂ ਕਿ ਉਹਨਾਂ ਨੂੰ ਨਹੀਂ ਪਸੰਦ। ਤੇ ਇਹਨਾਂ ਨੂੰ ਇਹ ਕਾਲੇ ਕਾਨੂੰਨ ਕਿਸਾਨ ਦੇ ਉੱਤੇ ਨਹੀਂ ਥੋਪਣੇ ਚਾਹੀਦੇ ਜਿਹੜੇ ਕਿ ਕਿਸਾਨ ਨੂੰ ਨਹੀਂ ਪਸੰਦ। ਇਹ ਸਾਡੇ ਨਾਲ ਧੱਕਾ ਹੋ ਰਿਹਾ, ਸਾਡੇ ਸਮਾਜ ਦੇ ਨਾਲ, ਸਾਰੇ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ, ਮਜ਼ਦੂਰਾਂ ਦੇ ਨਾਲ ਧੱਕਾ ਹੋ ਰਿਹਾ। ਇਹ ਬਹੁਤ ਮਾੜਾ ਕਰ ਰਹੀ ਹੈ ਸਰਕਾਰ। ਇੱਕ ਚੀਜ਼ ਹੈ, ਟਰਾਲੀਆਂ ਆ ਗਈਆਂ, ਟਰਾਲੀਆਂ ਦੇ ਉੱਤੇ ਬਿਸਤਰ ਪਏ ਨੇ, ਉੱਤੇ ਲੇਟਣ ਦੀ ਸਾਰੀ ਵਿਵਸਥਾ ਹੈਗੀ ਹੈ। ਫਿਰ ਮੰਜਾ ਬਿਸਤਰਾ ਵੀ ਤੁਸੀਂ ਕੀ ਲਿਓ, ਸੰਕੇਤਕ ਤੌਰ ਤੇ ਆ ਕਿ ਸਰਕਾਰ ਨੂੰ ਦਿਖਾਣਾ ਕਿ ਅਸੀਂ ਬੈਠੇ ਹਾਂ, ਜਾਂ ਫਿਰ ਪੱਕੇ ਤੌਰ ਤੇ ਆਏ ਹੋ? ਹਾਂਜੀ, ਇਹ ਸਰਕਾਰ ਨੂੰ ਸੰਕੇਤ ਹੈ ਜੀ ਕਿ ਜੇ ਇੱਥੋਂ ਤੱਕ ਆ ਗਏ ਆ, ਮੰਜੇ ਵੀ ਆ ਗਏ, ਬਿਸਤਰੇ ਵੀ ਆ ਗਏ, ਲੰਗਰ ਚੱਲ ਰਿਹਾ, ਸਾਰੀਆਂ ਫੈਸਿਲਿਟੀਆਂ ਨੇ ਇੱਥੇ, ਕਿਸੇ ਨੂੰ ਕੋਈ ਤਰੀਕੇ ਦੀ ਪਰੇਸ਼ਾਨੀ ਨਹੀਂ ਹੈਗੀ, ਕਿਸੇ ਕਿਸਾਨ ਨੂੰ ਵੀ। ਉਹ ਇੱਥੇ ਆਰਾਮ ਨਾਲ ਨੇ। ਕੋਈ ਕਿਸਾਨ ਇਹ ਨਹੀਂ ਕਹਿ ਸਕਦਾ ਕਿ ਅਸੀਂ ਦਿੱਲੀ ਦੇ ਵਿੱਚ ਰੋਡ ਤੇ ਬੈਠੇ ਹਾਂ ਤੇ ਅਸੀਂ ਪਰੇਸ਼ਾਨ ਹਾਂ। ਹਰ ਇੱਕ ਨੂੰ ਪੂਰੀ ਸੁਵਿਧਾ ਹੈ ਇੱਥੇ। ਤੁਸੀਂ ਦੇਖ ਰਹੇ ਆ ਤਰ੍ਹਾਂ ਦਾ ਲੰਗਰ ਚੱਲ ਰਿਹਾ ਆ ਔਰ ਸੇਵਾ ਹੋ ਰਹੀ ਆ। ਕਿਸਾਨ ਨਹੀਂ, ਸਗੋਂ ਦਿੱਲੀ ਦੀ ਪਬਲਿਕ ਵੀ ਇੱਥੇ ਆ ਕੇ ਲੰਗਰ ਛਕ ਰਹੀ ਆ ਔਰ ਕਿਸਾਨ ਉਹਨਾਂ ਨੂੰ ਲੰਗਰ ਛਕਾ ਰਹੇ ਨੇ। ਤੇ ਸਾਰੇ ਇਹਦੇ ਵਿੱਚ ਕੋਈ ਕਿਸੇ ਨੂੰ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੈਗੀ। ਇੱਥੇ ਸਾਰੇ ਖੁਸ਼ ਨੇ, ਕਿਸੇ ਨੂੰ ਕੋਈ ਦਿੱਕਤ ਨਹੀਂ ਹੈਗੀ ਕਿਸਾਨਾਂ ਨੂੰ। ਕਿੱਥੋਂ ਆਏ ਹੋ ਤੁਸੀਂ? ਮੈਂ ਉੱਤਰਾਖੰਡ ਤੋਂ, ਕਾਸ਼ੀਪੁਰ ਤੋਂ। ਕਿਹਾ ਜਾ ਰਿਹਾ ਕਿ ਉੱਤਰਾਖੰਡ ਦੇ ਕੁਝ ਕਿਸਾਨ ਐਵੇਂ ਦੇ ਨੇ ਜਿਹੜੇ ਇਸ ਖੇਤੀ ਕਾਨੂੰਨ ਦੇ ਹੱਕ ਵਿੱਚ ਨੇ, ਉਹਨਾਂ ਬਾਰੇ ਕੀ ਕਹੋ? ਕੁਛ ਹਰ ਵਰਗ ਦੇ ਵਿੱਚ ਤਰ੍ਹਾਂ ਦੇ ਬੰਦੇ ਹੁੰਦੇ ਆ, ਉਹ ਕਿਸਾਨ ਕੁਛ ਇਦਾਂ ਦੇ ਸੀਗੇ ਕਿ ਉਹਨਾਂ ਨੂੰ ਇਸ ਬਾਰੇ ਪਤਾ ਹੀ ਨਹੀਂਗਾ, ਜਿੱਦਾਂ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਕਾਨੂੰਨ ਕੀ ਆ। ਉਹ 10 ਜਾਣੇ ਆ, ਉਹਨਾਂ ਨੂੰ ਬਹਿਲਾ ਫੁਸਲਾ ਕੇ 10 ਬੰਦਿਆਂ ਨੂੰ, ਮਾਤਰ ਬਜ਼ੁਰਗਾਂ ਨੂੰ, ਉਹਨਾਂ ਨੂੰ ਨੌਲੇਜ ਹੀ ਨਹੀਂ ਇਹ ਬਾਰੇ ਕਿ ਕਾਨੂੰਨ ਕੀ ਆ। ਉਹਨਾਂ ਨੂੰ ਬਹਿਲਾ ਫੁਸਲਾ ਕੇ ਤੇ ਉਹਨਾਂ ਨੂੰ ਇਹ ਦੱਸਿਆ ਗਿਆ, ਕੁਛ ਨਹੀਂ ਉਹਨਾਂ ਨੂੰ ਦੱਸਿਆ ਕਿ ਅਸੀਂ ਤੁਹਾਨੂੰ ਕੇਸ ਵਾਸਤੇ ਲੈ ਕੇ ਜਾ ਰਹੇ ਹਾਂ। ਇੱਥੇ ਲਿਆ ਕੇ ਤੇ ਉਹਨਾਂ ਨੂੰ ਮਿਸਗਾਈਡ ਕੀਤਾ ਗਿਆ ਕਿ ਅਸੀਂ ਤੁਹਾਨੂੰ ਆਹ ਕਹਿਣ ਵਾਸਤੇ ਲੈ ਕੇ ਆਏ ਹਾਂ। ਹਾਲਾਂਕਿ ਉਹਨਾਂ ਨੂੰ ਜਿਸ ਬਾਰੇ ਉਹਨਾਂ ਨੂੰ ਪਤਾ ਹੀ ਨਹੀਂਗਾ ਵੀ ਸਾਨੂੰ ਕਿੱਥੇ ਲੈ ਕੇ ਜਾ ਰਹੇ ਆ। ਇਹ ਸਾਰਾ ਕੁਝ ਉਹਨਾਂ ਨੇ ਗਲਤ ਕੀਤਾ, ਜੋ ਵੀ ਉਸ ਮੰਤਰੀ ਨੇ ਕੀਤਾ। ਸਰਕਾਰ ਕਹਿ ਰਹੀ ਹੈ ਕਿ ਕਿਸਾਨ ਗੁੰਮਰਾਹ ਹੋ ਗਏ ਨੇ, ਕਿਸਾਨਾਂ ਨੂੰ ਪਤਾ ਨਹੀਂ ਲੱਗਦਾ, ਉਹਨਾਂ ਨੂੰ ਸਮਝ ਨਹੀਂ ਆ ਰਿਹਾ। ਇਹ ਗਲਤ ਹੈ, ਕਿਸਾਨ ਗੁੰਮਰਾਹ ਨਹੀਂ ਹੋਏ, ਕਿਸਾਨ ਜਾਗਰੂਕ ਆ, ਅੱਜ ਦਾ ਕਿਸਾਨ ਪੜ੍ਹਿਆ ਲਿਖਿਆ ਆ। ਸਭ ਕਿਸਾਨ ਸਭ ਕੁਝ ਜਾਣਦੇ ਆ, ਕੋਈ ਕਿਸਾਨ ਵੀ ਅਨਪੜ੍ਹ ਨਹੀਂ ਹੈਗਾ। ਸਭ ਲੋਕ ਸਮਝਦਾਰ ਨੇ, ਕਿਸਾਨ ਗੁੰਮਰਾਹ ਨਹੀਂ ਹੋਏ ਕਿਤੇ ਵੀ। ਔਰ ਨਾ ਹੀ ਕਿਸਾਨਾਂ ਨੂੰ ਕੋਈ ਗੁੰਮਰਾਹ ਕਰ ਰਿਹਾ। ਕੋਈ ਕਿਸਾਨ ਨਾ ਬੀਜੇਪੀ ਦੀ ਸਪੋਰਟ ਕਰ ਰਿਹਾ, ਨਾ ਕਾਂਗਰਸ ਦੀ ਸਪੋਰਟ ਕਰ ਰਿਹਾ, ਆਪਣੇ ਹੱਕਾਂ ਲਈ ਲੜ ਰਿਹਾ। ਜੋ ਵੀ ਕਿਸਾਨ ਆ ਉਹ ਆਪਣੇ ਹੱਕ ਵਾਸਤੇ ਲੜ ਰਿਹਾ, ਕੋਈ ਕਿਸੇ ਗਵਰਨਮੈਂਟ ਵਾਸਤੇ ਨਹੀਂ ਲੜਨ ਰਿਹਾ। ਅਸੀਂ ਆਪਣੇ ਬੱਚਿਆਂ ਵਾਸਤੇ ਲੜ ਰਹੇ ਹਾਂ ਜੀ। ਹਾਂਜੀ, ਕਿਸਾਨ ਆਪਣੇ ਹੱਕ ਵਾਸਤੇ ਲੜਦਾ, ਬਲਕਿ ਇਹ ਥੋੜੀ ਕਿ ਕਿਸਾਨ ਹੁਣ ਕਿਸੇ ਦੀ ਮਜ਼ਦੂਰੀ ਕਰ ਲੱਗ ਜਾਏ, ਕਿਸੇ ਗਵਰਨਮੈਂਟ ਦੀ ਕਿਸੇ ਜਾ ਕੇ। ਆਪਣੀ ਖੇਤੀ 'ਚ ਕੰਮ ਕਰ ਰਿਹਾ ਤੇ ਆਪਣੀ ਹੱਕ ਵਾਸਤੇ ਲੜ ਰਿਹਾ ਜੀ।
ਅੱਛਾ, ਕਿਵੇਂ ਦੇਖਦੇ ਹੋ ਤੁਸੀਂ ਯੂਥ ਦਾ ਬਹੁਤ ਵੱਡਾ ਯੋਗਦਾਨ ਹੈ ਇੱਥੇ, ਉਹਨਾਂ ਨੂੰ ਖਾੜਕੂਵਾਦ ਕਹਿ ਦਿੰਦੇ, ਖਾਲਿਸਤਾਨੀ, ਮਾਓਵਾਦੀ, ਉਗਰਵਾਦੀ, ਬੜਾ ਕੁਝ ਕਹਿੰਦੇ ਪਏ ਆ, ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਪਹਿਲਾਂ ਕਹਿੰਦੇ ਸੀ ਪੰਜਾਬ ਤੇ ਹਰਿਆਣਾ ਮਿਲ ਕੇ ਪ੍ਰਦਰਸ਼ਨ ਕਰ ਰਿਹਾ, ਜਦਕਿ ਹੁਣ ਯੂਪੀ ਦਾ ਕਿਸਾਨ, ਉੱਤਰਾਖੰਡ ਦਾ ਕਿਸਾਨ, ਰਾਜਸਥਾਨ ਦਾ ਕਿਸਾਨ, ਐਮਪੀ ਦਾ ਕਿਸਾਨ ਜਾਂ ਹੋਰ ਵੱਖ-ਵੱਖ ਸੂਬਿਆਂ ਦੇ ਕਿਸਾਨ ਜਿਹੜੇ ਉਹ ਵੀ ਇੱਥੇ ਪਹੁੰਚ ਰਹੇ। ਨਹੀਂ, ਕਿਸਾਨ ਤੇ ਜੀ ਹਰ ਇੱਕ ਸੂਬੇ 'ਚ ਪਹੁੰਚੇਗਾ। ਕਿਸਾਨ ਹੈ ਤੇ ਕਿਸਾਨ ਆਪਣੀ ਖੇਤੀ ਕਰਨ ਵਾਸਤੇ, ਆਪਣੇ ਹੱਕ ਲੈਣ ਵਾਸਤੇ ਹਰ ਜਗ੍ਹਾ ਤੋਂ ਆਏਗਾ, ਆਪਣੇ ਹੱਕ ਲੈ ਕੇ ਹੀ ਜਾਏਗਾ। ਨਹੀਂ, ਪਰ ਦਿਖਾਇਆ ਜਿਸ ਤਰੀਕੇ ਨਾਲ ਜਾ ਰਿਹਾ ਹੈ, ਪ੍ਰੈਜੈਂਟੇਸ਼ਨ ਜਿਹੜੀ ਹੈ ਸਰਕਾਰ ਦੀ ਉਹ ਇਸ ਤਰੀਕੇ ਦੀ ਹੈ ਕਿ ਖਾੜਕੂਵਾਦ ਜਿਹੜਾ ਵਾ ਉਸ ਨੂੰ ਬੜਾ ਵਧਾਵਾ ਦੇ। ਖਾਲਿਸਤਾਨ ਵਾਲਾ ਮੁੱਦਾ ਕਹਿਣਾ ਇਹ ਬਿਲਕੁਲ ਸਰਾਸਰ ਗਲਤ ਗੱਲ ਆ। ਕੋਈ ਵੀ ਕਿਸਾਨ ਇੱਥੇ ਕੋਈ ਕਿਸੇ ਤਰੀਕੇ ਦਾ ਖਾਲਿਸਤਾਨ ਵਾਲੀ ਕਿੱਥੇ ਗੱਲ ਆ ਗਈ? ਦੇਸ਼ ਆਜ਼ਾਦ ਹੋਇਆ, ਸਭ ਨੇ ਬਰਾਬਰ ਯੋਗਦਾਨ ਦਿੱਤਾ, ਸਗੋਂ ਵੱਧ ਕੇ ਲੋਕਾਂ ਨੇ ਹਿੱਸਾ ਲਿਆ, ਵੱਧ ਚੜ ਕੇ। ਕੋਈ ਕਿਤੇ ਖਾਲਿਸਤਾਨ ਵਾਲੀ ਗੱਲ ਹੈ ਨਹੀਂ ਗੀ। ਇਹ ਤੋੜ ਮਰੋੜ ਕੇ ਇਹਨੂੰ ਆਪਾਂ ਖਾਲਿਸਤਾਨ ਦਾ ਮੁੱਦਾ ਬਣਾ ਦਈਏ। ਖਾਲਿਸਤਾਨ ਵਾਲੀ ਕੋਈ ਕਿਤੇ ਗੱਲ ਨਹੀਂ ਹੈਗੀ। ਕੋਈ ਕਿਸੇ ਪ੍ਰਕਾਰ ਦਾ ਇੱਥੇ ਕੋਈ ਪ੍ਰਦਰਸ਼ਨ ਨਹੀਂਗਾ, ਕੋਈ ਨਾਰਾ ਨਹੀਂਗਾ, ਕੁਛ ਨਹੀਂਗਾ। ਸਿਰਫ ਆਪਣੇ ਕਿਸਾਨੀ हकों वास्ते सारे लड़ रहे हैं। कहाँ से आए हैं आप? मुरादाबाद से। मुरादाबाद। हाँ जी। अच्छा, बताया ये जा रहा है यूथ बहुत बड़े लेवल पे इस संघर्ष में जो है वो शमूलियत कर रहा है, आप भी यूथ हो, क्या मैसेज जा रहा है? क्योंकि जोश बहुत ज़्यादा है यूथ के अंदर। अभी बैरिकेड तोड़ के आपने देखा पंजाब, हरियाणा और अब राजस्थान के किसान आ रहे हैं, यूपी के किसान, आप लोग यहाँ तक आ गए हो, किस तरह देखते हो यूथ की? यूथ ही है जी आगे जो भी कुछ है। अब हम भी पढ़ाई लिखाई करी है, किसानी हमें भी खेती करनी है, तो जी यूथ का सबसे बड़ा योगदान ही है जी। अच्छा, इसको किस तरह देखते हो कि चारपाई जो है वो भी ले आए हैं किसान? ये मतलब दिखा दिया है सरकार को कि अब पक्का मोर्चा लग गया है, जब तक ये संघर्ष चलेगा, जब तक ये कानून वापस नहीं हो जाता। हाँ जी बिल्कुल, जब तक नहीं लेंगे वापस, यहीं डटे हुए हैं जी हम, और वापस नहीं जाएंगे बिल्कुल भी जब तक कानून वापस नहीं वैसे रहेगा। आप क्या करते हो? मैं ग्रेजुएशन करी है मैंने अभी। हाँ जी। अभी जॉब कर रहे हो या नहीं कर रहे? नहीं, अभी मेरा फाइनल ईयर हुआ नहीं है। अच्छा, अभी फाइनल ईयर नहीं है। हाँ जी। अच्छा, जो टाइम आपकी पढ़ाई में आपको देना चाहिए था और नौकरी में लगना चाहिए था, वो आपको यहाँ पे आपका टाइम लग रहा है, उसको किस तरह देखते हो? नहीं, ज़्यादा टाइम नहीं है, 1-2 हफ्ते ही हैं, इतना होता रहता है, पर आगे बहुत बड़ा इसका मोटिव है। जो ये रिवॉल्यूशन है, ये एक मोमेंट है ये, तो इतना टाइम सेक्रीफाइस हम कर सकते हैं इसके लिए। तो इतना पढ़ाई पे असर नहीं पड़ेगा, इतना सेक्रीफाइस करना पड़ेगा सबको। कहाँ से आए हैं आप? नाम है अरुण कुमार आर्य, गांव है गगसोना, जिला मेरठ से आए। मेरठ से आए? हाँ जी। अच्छा, बताया ये जा रहा है, इधर आ जाओ। हाँ जी, बताओ जी। बताया ये जा रहा है जी पंजाब और हरियाणा के किसान आए हैं, जी। बाकी देश के सारे जो किसान हैं उनको कानून समझ में आ गया, वो नहीं आ रहे हैं, वो प्रोटेस्ट में हिस्सा नहीं ले रहे हैं। उन्हें तो मना कर रखी है हमने, मैं कहा गेहूँ बोलो। अच्छा, इनके समझाने से थोड़ा ही मान रहे वे। उन्हें तो हमने कह रखा गेहूँ बोलो भाई, इन्हें देश मर जाएगा भूखा, और गेहूँ बो के तो सारे आवेंगे। ये भड़काना चाह रही है हमें सरकार। हम नु कहें हक के सैदाई हैं, जालिम को मिटा डालेंगे, गर्दी से वक्त भी आया तो बदल डालेंगे। हमने जिस दौर को चाहा है बदल डाला है, अब जिस दौर को चाहेंगे बदल डालेंगे। जब तक ये 3 कानून ये किसान के हित में है ही नहीं, जब तक भारत सरकार इस कृषि बिल को वापस नहीं लेने की, निरस्त नहीं करने की, निरस्त करने की घोषणा नहीं करने की, हमारे से प्राणों की आहुति हो जाइयो। पर हम दिल्ली छोड़ कर जाने वाले नहीं। और फैसला हम तो भाई किसान एकता, भाई राकेश टिकैत, गौरव टिकैत, और भाई जो हमारी हाई कमान कार्यकारिणी है, फैसला तो किसान उसका मानेगा। अच्छा, इसको किस तरह देखते हो कि सरकार कह रही है चौपाल लगा के प्रेस कॉन्फ्रेंस करके लोगों तक संदेश पहुंचाएंगे, इस कानून के बारे में बताएंगे, वो अभी तक मानने को तैयार नहीं है कि उनके कानून गलत है। किसान इतना गुस्से में, अगर चौपाल लगा दी तो वहाँ इन पर लठ भी बच सके। सच कह रहा है मैं सरदार जी, किसान दुखी है, किसान बहुत परेशान है। मतलब गाँवों में अगर इन्होंने चौपाल लगा दी उन्हें समझाने की खातर, तो इन्हें वे और तरह भी समझा सकें। इन्होंने फुहारी भी छोड़ रखे, हमारे पर लाठी चार्ज भी कर रखे, कभी ये चौपाली भागती पावे। ये हमें क्या समझा रहे? अरे गेहूं की एमएसपी, गेहूं की एमएसपी 1975 रुपए, गेहूं बिक रहा हमारा 1300-1400 रुपये कुंटल। क्या करें इस एमएसपी का? मक्का की एमएसपी 1600 रुपये कुंटल, बिक रही मक्का 800 रुपये को। धान 1888 रुपये, बिक रहा 1200 को धान। क्या करें इसका एमएसपी का? क्या समझा में हमें?
अच्छा एक चीज़ ये बताओ, सरकार कहती है संशोधन चाहे जो करा लो, 99% तक संशोधन करने के लिए हम तैयार हैं, कानून वापस लेने को ना कहो हमें। क्या इसको आप ईगो समझते हो, अड़ियल रवैया, क्या चीज़ है ये? गलत समझ रहे बात सरदार जी। एक बात है, ये गलत उन्होंने समझ रहे। ये जो बिल है, हमने भी बिल का अध्ययन किया। ये बिल किसानों के हित में है नहीं। इसमें 12-13 बिंदु ऐसे हैं और उससे पूर्ण रूप से किसान खत्म हो जाएगा। तो हम यूँ कह रहे, पहली बात तो बिना किसान से चर्चा करो आपने बिल बना दिया। पहली गलती तो यही है, किसान प्रतिनिधियों को बैठाते, चर्चा करते, उसके बाद पास करते बिल को। अगर चलो तुमने बिल पास कर भी दिया तो हम यूँ कह रहे, ये बिल को सौरे को, अगर किसान खुश नहीं है बिल को निरस्त कर दो और नवा बिल बैठ के बना लेगा किसान भी बैठ जाएगा, तुम भी बैठ जाइए, नवा बैठ के बना लेंगे। नहीं, बात फंसी कहाँ है, प्रॉब्लम है कहाँ पे? वो कह रहे हैं कि संशोधन करेंगे, वापस नहीं लेंगे हम। संशोधन क्यों करें? ये वही मैं कह रहा हूँ ना, संशोधन नहीं, अगर ये सुनो तो, अगर ये नु कहेगा हम संशोधन करेंगे तो हम इनका संशोधन कर देंगे। हमें सरकार ये समझ में ही नहीं आ रही, हवा से काट के एक तरफा घेरेंगे इन्हें भी। हम भी तो कर देंगे संशोधन, यही नहीं बने रहेंगे। हमने खून पसीना बना के हिंदुस्तान की किसान नहीं तो बैठा रखे है सत्ता में, प्रधानमंत्री मोदी जी हमने ही बना रखे ये प्रधानमंत्री। हम तो उन्हें एक नेक बुद्धि की एक सलाह मशवरा हाथ जोड़ के दें, मोदी जी अहंकार अभिमान छोड़ो, हिंदुस्तान के किसान के बीच में आके और बिल को निरस्त करने की घोषणा करो और यूँ कहो, किसान भाइयों मैं थारे कंधे से कंधा मिला के साथ रहूँगा, थारे दुख में भी साथ हूँ, थारे सुख में भी साथ हूँ। ये हिंदुस्तान का किसान तो आपको पलकों पे बैठा लेगा, सर के ऊपर बैठा लेगा। गिरण नहीं कैसे देगा। देखते हो, एक साइड में पंजाब, हरियाणा और पूरे देश का किसान सड़कों पे है, दूसरे साइड में इलेक्शन हो रहे हैं, बिहार में इन्होंने जीत गया, एनडीए जीत गया, वहाँ पे सरकार बन गई एनडीए की। अभी बंगाल में इलेक्शन है, उसकी तैयारी चल रही है। हैदराबाद में इलेक्शन जो हुए उसमें भी भाजपा को थोड़ा अच्छा ही मिला है, पहले से ज़्यादा ही उन वोटें जो है वहाँ मिली हैं, ज़्यादा सीटें मिली हैं। इसको किस तरह देखते हो? क्या वहाँ पे जो जनमत है वो तो भाजपा के हक में जा रहा है, किसान प्रदर्शन कर रहे हैं उसके बाद भी, उसको किस तरह देखते हो? नहीं, बिहार की तो बात एक है, ये भाजपा के, ये कांग्रेस के, आप गठबंधन के, हम लोग दल के, ये लोक दल ने समझने की बात है वो। हम तो यूँ कह रहे हैं, भाजपा को तो वहाँ सबसे कम सीट मिली, बिहार में गठबंधन को सबसे ज़्यादा मिली। गठबंधन को सबसे ज़्यादा सीट मिली, भाजपा वालों ने दूसरे के साथ ही तो गठबंधन करके अपनी सीट ज़्यादा बना के सरकार बना ली। यानी तेजस्वी की सबसे ज़्यादा सीट आई जो है। एक गलती रही हमारे उसकी भाई की थोड़ी सी, तेजस्वी की, अब वो कांग्रेस को ज़्यादा सीटों पर लड़ा दिया उसने। वहाँ को जनाधार कांग्रेस का कम था, 20 सीटों पर लड़ा देती कांग्रेस को, उतना ही बतेरा था, सारे में वो अपनेदार था। अरे हम तो नु गए, चलो किसान मतलब राजनीति की बात हम कम सी जाने, हम तो खेत में फावड़ा चलाने वाले लोग हैं, हल चलाने वाले लोग ये हैं। बताओ आप, सरकार कब तक मानेगी? आपको क्या लगता है कब तक बैठे रहेंगे यहाँ पे किसान? ये सर्दी है, ठंडी इतनी है, बुजुर्ग हमारे 100-100 साल के बुजुर्ग भी आए हुए हैं प्रदर्शन। हम इससे सर्दी से, हम कोरोना से डर नहीं रहे, ना सर्दी से डरते ना बारिश से डरते। हम तो सर्दी में, गर्मी में, बारिश में, बरसात में सब खेतों में काम करने वाले लोग हैं। यो कोरोना 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 यो का रखा कोरोना क्या है? कोरोना जो पसीना बहाता हो उसको कोरोना लिपट रहा क्या? जो ठल्ली पड़ा एसी में उनके बढ़ रहा कोरोना है। मारे क्यों नहीं कोरोना हुआ? लोग ने मुंह लपेटो, लोग के आंख बंद करो, बेरे बेरे हाथ धो, और हाथों का कुछ बढ़ रहा। मैं एक बैंक का काम करूं, बैंक मित्रों, खेती वेती भी करूं, और कोरोना के टाइम पे मेरे आवास पे भीड़ लगी रही थी, कोई पैसे जमा करे था, कोई पैसे काटे था, और हम तो डट के लोगों की सेवा करी, हमें तो कुछ भी कोरोना नहीं बढ़ा। ये भका रखी इन्होंने, ये भका रहे, डरा रहे इस बात को जो है, यानी डरा के इस संघर्ष को डाइवर्ट करना चाहते हैं। हाँ नहीं तो करना चाह रहे, पर ये होने का नहीं। ये तो नु गए किसान हाईजैक हो रहा, हाईजैक हाईजैक कह रहे हैं कि इसमें खालिस्तानी, माओवादी, फलाने धमाके ने इसको हाईजैक कर लिया है। यहाँ कोई नहीं ना जनता को भगाना चाह रहे, टेलीविजन मीडिया खरीद रखा, और मीडिया वो इनकी बात कह रहा, लोगों में भ्रम फैलाने का प्रयास कर रहा, पर ये बात इनकी चलने की ना। ये तो मीडिया, हमारे फ़ोन भी तो मीडिया, अभी मैं टेलीफोन करूँगा 10 ट्रैक्टर कल कोई भर के आऊँगे,
उठाओ फिर वो टेलीविजन को एक तरफ सारे को खरीद लो, मीडिया को। क्रांति भाई मैं एक बात बताऊं, यहाँ तुम थोड़े लोग ना देखो, ये दिल्ली चारों तरफ से घिरी हुई है, गौर करो बात पे। यहाँ एक बॉर्डर थोड़े चारों तरफ से घिरी हुई है दिल्ली। यो बात कुछ और होने वाली, यो मतलब ऐसी बात नहीं, यो आंदोलन बड़ा होगा। और देश की जो क्रांति हुई थी ब्रिटिश सरकार के साथ में, तो ऐसी बात है कुछ शहर आगे ही आया करें, जो है भीड़ तो आ जा फिर बाद में। यहाँ तो करीम शहर बैठे सारे। ਠੀਕ ਹੈ। ਇਹ ਤਸਵੀਰਾਂ ਜਿਹੜੀਆਂ ਉਹ ਬੇहद ਖਾਸ ਸੀਗੀਆਂ। ਗਾਜ਼ੀਪੁਰ ਬਾਰਡਰ ਤੋਂ ਅਸੀਂ ਤੁਹਾਨੂੰ ਲਗਾਤਾਰ ਤਸਵੀਰਾਂ ਜਿਹੜੀਆਂ ਉਹ ਦਿਖਾ ਰਹੇ ਹਾਂ। ਥੋੜਾ ਡਿਫਰੈਂਸ ਸੀਗਾ। ਇਹ ਸਰ ਨਾਲ ਗੱਲ ਕੀਤੀ, ਇਹਨਾਂ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਸਰਕਾਰ ਜਿਹੜੀ ਉਹ ਗੁੰਮਰਾਹ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੀ ਹੈ। ਪਰ ਕਿਸਾਨ ਜਿਹੜਾ ਉਹ ਹੁਣ ਸਮਝਦਾਰ ਹੋ ਗਿਆ, ਪੜ੍ਹਿਆ ਲਿਖਿਆ ਕਿਸਾਨ ਹੈ ਤੇ ਕਿਸਾਨ ਨੂੰ ਪਤਾ ਹੈ ਜੇਕਰ ਉਹ ਮਿੱਟੀ ਵਿੱਚ ਮਿੱਟੀ ਹੋ ਸਕਦਾ ਹੈ ਤੇ ਉਹਦੇ ਵਾਸਤੇ ਬਰਸਾਤ ਹੋਵੇ ਜਾਂ ਫਿਰ ਠੰਡ ਹੋਵੇ, ਇਹ ਬਹੁਤਾ ਕੁਝ ਮਾਇਨਸ ਨਹੀਂ ਰੱਖਦਾ ਤੇ ਕਰੋਨਾ ਜਿਹੜਾ ਉਹਦਾ ਵੀ ਇੱਕ ਬਹਾਨਾ ਲਗਾਇਆ ਜਾ ਰਿਹਾ ਹੈ। ਲਗਾਤਾਰ ਤੁਹਾਨੂੰ ਤਾਜ਼ਾ ਅਪਡੇਟ ਜਿਹੜਾ ਉਹ ਅਸੀਂ ਦਿੰਦੇ ਰਵਾਂਗੇ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ਤੋਂ। ਫਿਲਹਾਲ ਤੁਸੀਂ ਦੇਖਦੇ ਰਹੋ ਚੱਕ ਤੇ ਟੀਵੀ।